टिकट डिक्लेयर हो लैंदे हो फिर देखो नज़र आउणगे भी हर एक टकसाली आगू के घर जाते कि हाँ जी जी तुसीं तां साडे वड्डे भरा हो या छोटे भरा हो, तुसीं तां रीढ़ दी हड्डी हो, ये कुछ चलूगा। ਤੇ ਕੀ ਨਾਲ ਤੁਰੋਗੇ ਜਦੋਂ ਟਿਕਟ ਮਿਲ ਜੂਗੀ ਉਹਨਾਂ ਨੂੰ ਤੁਹਾਡੇ ਘਰ ਆਣਗੇ ਤਾਂ ਕੀ ਨਾਲ ਤੁਰੋਗੇ ਦੁਬਾਰਾ ਫਿਰ ਸਪੋਰਟ ਕਰੋਗੇ? ਜਿੰਨੀ ਵੀ ਸਾਡੀ ਸਮੁੱਚੀ ਟੀਮ ਸੀਗੀ, ਚਾਹੇ ਕੋਈ ਛੋਟਾ ਵਰਕਰ ਸੀ ਜਾਂ ਵੱਡਾ ਲੀਡਰ ਸੀਗਾ, ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਸੰਜੇ ਤਲਵਾੜ ਦੀ ਜਿੱਤ ਝੋਲੀ ਪਾ ਕੇ ਤੇ ਇਹਨਾਂ ਨੂੰ ਐਮਐਲਏ ਦੇ ਸਿਹਰੇ ਦੇ ਨਾਲ ਨਵਾਜਿਆ ਸੀਗਾ। ਪਰ ਉਹਦਾ ਸਾਨੂੰ ਕੀ ਇਨਾਮ ਮਿਲਿਆ? ਅੱਜ ਅਸੀਂ ਆਪਣੇ ਆਪਣੇ ਘਰਾਂ ਨੂੰ ਬੈਠੇ ਆ, ਅੱਜ ਆਪਣੀ ਹੀ ਪਾਰਟੀ ਦੇ ਖਿਲਾਫ ਅਸੀਂ ਬੋਲਦੇ ਹਾਂ। ਤੇ ਮੈਂ ਕਿਹਾ ਪ੍ਰਧਾਨ ਜੀ ਬਹੁਤ ਬਹੁਤ ਮੁਬਾਰਕਾਂ ਦੁਆਰਾ ਪ੍ਰਧਾਨਗੀ ਮਿਲਣ ਤੋਂ। ਤੇ ਮੈਂ ਕਿਹਾ ਤੁਸੀਂ ਕੋਈ ਮੈਸੇਜ ਹੀ ਨਹੀਂ ਕਨਵੇ ਕਰਦੇ। ਕੋਈ ਮੈਸੇਜ ਵੀ ਕੀ ਕਨਵੇ ਕਰਨ, ਕਿਉਂਕਿ ਇਹਨਾਂ ਕੋਲ ਟੀਮ ਹੀ ਨਹੀਂ ਬਣੀ। ਟੀਮ ਸਾਡੇ ਪੰਜਾਬ ਦੇ ਪ੍ਰਧਾਨ ਨੇ ਸਰਦਾਰ ਨਵਜੋਤ ਸਿੰਘ ਸਿੱਧੂ ਜੀ, ਉਹਨਾਂ ਕੋਲ ਨਹੀਂ ਬਣੀ ਤੇ ਜ਼ਿਲ੍ਹੇ ਦੀ ਤਾਂ ਕੀ ਬਣਨੀ ਸੀ। ਸਰਦਾਰ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੀ ਜਾਂ ਸਾਡੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਜੀ ਦੀ, ਇਹਨਾਂ ਦੀ ਆਪਸ ਹੀ ਨਹੀਂ ਬਣਦੀ ਪਈ। ਸਿੱਧੂ ਸਾਹਿਬ ਨੇ ਪਹਿਲਾਂ ਕੈਪਟਨ ਸਾਹਿਬ ਨੂੰ ਮਾੜਾ ਕਹਿੰਦੇ ਰਹੇ ਨੇ, ਹੁਣ ਬਾਕੀਆਂ ਨੂੰ ਕਹੀ ਜਾਂਦੇ ਨੇ। ਜਦ ਇਹਨਾਂ ਦੀ ਆਪਸ ਹੀ ਨਹੀਂ ਬਣਦੀ ਤੇ ਵਰਕਰ ਕੀ ਕਰੂਗਾ? 10 ਸਾਲ ਕਾਂਗਰਸ ਪਾਰਟੀ ਸੱਤਾ 'ਚ ਨਹੀਂ ਸੀਗੀ ਤੇ ਉਦੋਂ ਅਸੀਂ ਇਹਨਾਂ ਦੇ ਭਰਾ ਵੀ ਸੀਗੇ, ਅਸੀਂ ਇਹਨਾਂ ਦੇ ਸਭ ਕੁਝ ਸੀਗੇ। ਸਾਨੂੰ ਪਹਿਲ ਦੇ ਆਧਾਰ ਤੇ ਫੋਨ ਆਂਦਾ ਸੀ ਆਜੋ ਜੀ ਧਰਨਾ ਲਾਣਾ ਹੈ, ਰੈਲੀ ਕਰਨੀ ਹੈ, ਜਾਂ ਬਿੱਟੂ ਜੀ ਦਾ ਫੋਨ ਆਂਦਾ ਸੀਗਾ ਜੀ ਚੰਡੀਗੜ੍ਹ ਜਾ ਕੇ ਆਪਾਂ ਧਰਨਾ ਲਾਣਾ ਹੈ, ਤੇ ਹਰ ਇੱਕ ਜਗ੍ਹਾ ਤੇ ਸਾਥੀਆਂ ਦੇ ਨਾਲ ਪਹੁੰਚਦੇ ਰਹੇ ਆ। ਉਦੋਂ ਸਾਡੀ ਵੈਲਿਊ ਸੀਗੀ ਕਿਉਂਕਿ ਉਸ ਟਾਈਮ ਸਾਡੀ ਸਰਕਾਰ ਨਹੀਂ ਸੀ। ਤੇ ਹੁਣ ਅਗਲੇ ਐਮਐਲਏ ਬਣ ਕੇ ਅਗਲੇ ਕਹਿੰਦੇ ਹੁਣ ਸਾਨੂੰ ਲੋੜ ਹੀ ਨਹੀਂ, ਕਿਉਂਕਿ ਅੱਜ ਵਰਕਰ ਸਾਡੇ ਨਾਲ ਆ, ਅਸੀਂ ਵਰਕਰ ਦੇ ਨਾਲ ਨਹੀਂ। ਉਹਨਾਂ ਦੀ ਇਹ ਸੋਚ ਹੋ ਚੁੱਕੀ ਹੈ। ਮੈਂ ਆਪਣੀ ਹਾਈ ਕਮਾਂਡ ਨੂੰ ਵੀ ਇਹ ਵੀ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਕਾਈਂਡਲੀ ਸੰਜੇ ਤਲਵਾੜ ਨੂੰ ਟਿਕਟ ਨਾ ਦਿਓ ਜੇ ਸੀਟ ਜਿੱਤਣੀ ਚਾਹੁੰਦੇ ਹੋ ਤਾਂ। ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ। ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਦੀ ਜਿਹੜੀ ਕਿ ਸ਼ੁਰੂਆਤ ਆ ਹੋ ਚੁੱਕੀ ਹੋਈ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜਿਹੜੀਆਂ ਕਿ ਤਿਆਰੀਆਂ ਨੇ ਜ਼ੋਰਾਂ ਤੇ ਕੀਤੀਆਂ ਜਾ ਰਹੀਆਂ ਨੇ। ਗੱਲ ਕਰਾਂਗੇ ਲੁਧਿਆਣਾ ਦੇ ਹਲਕਾ ਪੂਰਬੀ ਦੀ, ਜਿੱਥੇ ਮੌਜੂਦਾ ਐਮਐਲਏ ਸੰਜੇ ਤਲਵਾੜ ਜਿਨ੍ਹਾਂ ਦੇ ਲਗਾਤਾਰ ਜਿਹੜੇ ਕਿ ਟਕਸਾਲੀ ਕਾਂਗਰਸੀ ਆਗੂ ਨੇ ਖਿਲਾਫਤ ਕਰਦੇ ਨਜ਼ਰ ਆ ਰਹੇ ਨੇ। ਅੱਜ ਇੱਕ ਟਕਸਾਲੀ ਕਾਂਗਰਸੀ ਆਗੂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਗੱਲਬਾਤ ਕਰ ਰਹੇ ਨੇ ਨਿਰਮਲ ਪਾਂਡੇ ਜੀ ਸਾਡੇ ਨਾਲ ਮੌਜੂਦ ਨੇ। ਨਿਰਮਲ ਜੀ, ਕੀ ਕਾਰਨ ਹੈ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਗਈ ਹੈ ਆਪਣੇ ਹੀ ਐਮਐਲਏ ਦੇ ਖਿਲਾਫ? ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਦੈਨਿਕ ਸਵੇਰਾ ਟੀਵੀ ਦਾ। ਸਰ, ਜਿਹੜੀ ਪ੍ਰੈਸ ਕਾਨਫਰੰਸ ਦੀ ਗੱਲ ਹੈ, ਪਿਛਲੇ 5 ਸਾਲ ਤੋਂ ਲਗਾਤਾਰ ਹੋ ਰਹੀ ਅਣਦੇਖੀ। ਜਿੰਨੇ ਵੀ ਟਕਸਾਲੀ ਕਾਂਗਰਸੀ ਨੇ ਘਰ ਬੈਠੇ ਹੋਏ ਨੇ, ਹੁਣ ਇਲੈਕਸ਼ਨ ਆ ਗਏ, ਟਿਕਟ ਆ ਜਾਏਗੀ, ਬਾਅਦ ਚੋਂ ਫਿਰ ਰੀੜ ਦੀ ਹੱਡੀ ਬਣ ਜਾਵਾਂਗੇ ਅਸੀਂ ਕਿ ਰੀੜ ਦੀ ਹੱਡੀ ਆ, ਸਾਡੇ ਵਰਕਰ ਰੀੜ ਦੀ ਹੱਡੀ ਨੇ। ਤੇ 5 ਸਾਲ ਪੂਰੇ ਯਾਦ ਨਹੀਂ ਆਈ ਰੀੜ ਦੀ ਹੱਡੀ, ਤੇ ਅਸੀਂ ਪਹਿਲਾਂ ਹੀ ਕਹਿ ਦਈਏ ਵੀ ਹੁਣ ਅਸੀਂ ਖਿਸਕ ਗਈ ਹੋਈ ਹੈ ਰੀੜ ਦੀ ਹੱਡੀ ਦੀ। ਇਕੱਲੇ ਤੁਹਾਡੇ ਵੱਲੋਂ ਹੀ ਬਗਾਵਤ ਕੀਤੀ ਜਾ ਰਹੀ ਹੈ ਜਾਂ ਫਿਰ ਹੋਰ ਵੀ ਜਿਹੜੇ ਟਕਸਾਲੀ ਆਗੂ ਨੂੰ ਵੀ ਬਗਾਵਤ ਕਰ ਰਹੇ ਨੇ? ਭਾਈ ਸਾਹਿਬ, ਬਹੁਤ ਤਕਰੀਬਨ ਈਸਟ ਕੌਂਸਟੀਚੁਐਂਸੀ ਦੇ ਵਿੱਚ ਤੁਸੀਂ ਅੱਜ ਅਗਰ ਦੇਖੋਗੇ ਨਾ, ਤੁਸੀਂ ਅੱਜ ਤੋਂ ਪਿਛਲੇ 5 ਸਾਲ ਦਾ ਸਿਨੈਰੀਓ ਦੇਖੋਗੇ, ਜਿੰਨੇ ਵੀ ਟਕਸਾਲੀ ਆਗੂ ਨੇ ਸਾਰੇ ਘਰਾਂ ਨੂੰ ਬੈਠੇ ਨੇ। ਨਵੇਂ ਆਗੂ ਨੇ ਜਿਨ੍ਹਾਂ ਨੂੰ ਮੈਂ ਇਹ ਗੱਲ ਠੋਕ ਕੇ ਕਹਿਣ ਨੂੰ ਤਿਆਰ ਹਾਂ, ਕਈ ਕਾਉਂਸਲਰ ਐਸੇ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਹੀ ਨਹੀਂ ਕਿੱਥੋਂ ਆ ਗਏ। ਕਈ ਅਕਾਲੀ ਦਲ ਚੋਂ ਆ ਗਏ, ਕੋਈ ਆਮ ਆਦਮੀ ਪਾਰਟੀ ਚੋਂ ਆ ਗਏ, ਉਹਨਾਂ ਨੂੰ ਟਿਕਟਾਂ ਮਿਲ ਗਈਆਂ, ਆਏ ਨੇ, ਉਹਨਾਂ ਨੂੰ ਵੈਲਕਮ ਹੋ ਗਿਆ। ਜਿਹੜੇ ਟਕਸਾਲੀ ਆਗੂ ਘਰ ਬਹਿ ਗਏ, ਕਿਉਂਕਿ ਟਕਸਾਲੀ ਆਗੂਆਂ ਦੀ ਵੈਲਿਊ ਕੋਈ ਨਹੀਂ ਪਾਈ ਇਹਨਾਂ ਨੇ। ਤੇ ਇਸ ਕਰਕੇ ਤੁਸੀਂ ਨਵੇਂ ਹੀ ਦੇਖੋਗੇ ਆਗੂ, ਪੁਰਾਣਾ ਦਾ ਕੋਈ ਵੀ ਨਹੀਂ ਦੇਖੋਗੇ। ਆ ਟਿਕਟ ਡਿਕਲੇਅਰ ਹੋ ਲੈਂਦੇ ਹੋ ਫਿਰ ਦੇਖੋ ਨਜ਼ਰ ਆਉਣਗੇ ਵੀ ਹਰ ਇੱਕ ਟਕਸਾਲੀ ਆਗੂ ਦੇ ਘਰ ਜਾਂਦੇ ਕਿ ਹਾਂ ਜੀ ਜੀ ਤੁਸੀਂ ਤਾਂ ਸਾਡੇ ਵੱਡੇ ਭਰਾ ਹੋ ਜਾਂ ਛੋਟੇ ਭਰਾ ਹੋ, ਤੁਸੀਂ ਤਾਂ ਰੀੜ ਦੀ ਹੱਡੀ ਹੋ, ਇਹ ਕੁਛ ਚੱਲੂਗਾ ਜੀ। ਤੇ ਕੀ ਨਾਲ ਤੁਰੋਗੇ ਜਦੋਂ ਟਿਕਟ ਮਿਲ ਜੂਗੀ ਉਹਨਾਂ ਨੂੰ ਤੁਹਾਡੇ ਘਰ ਆਣਗੇ ਤਾਂ ਕੀ ਨਾਲ ਤੁਰੋਗੇ, ਦੁਬਾਰਾ ਫਿਰ ਸਪੋਰਟ ਕਰੋਗੇ? ਬਿਲਕੁਲ ਨਹੀਂ ਭਾਜੀ, ਬਿਲਕੁਲ ਨਹੀਂ, ਸਪਸ਼ਟ ਕੋਰੀ ਨਾ। ਕਿਉਂਕਿ ਜਿਨ੍ਹਾਂ ਨੇ ਸਾਨੂੰ ਪਿਛਲੇ 5 ਸਾਲ ਤੋਂ ਨਹੀਂ ਪੁੱਛਿਆ ਜੀ, 5 ਸਾਲ ਚਲੋ 2017 ਦੇ ਵਿੱਚ ਅਸੀਂ ਸਾਰਿਆਂ ਨੇ ਜ਼ੋਰ ਲਾ ਕੇ 15 ਦਿਨ ਰਹਿ ਗਏ ਸੀਗੇ ਟਿਕਟ ਆਉਣ ਨੂੰ। ਸੰਜੇ ਤਲਵਾੜ ਜੀ 15 ਦਿਨ ਪਹਿਲਾਂ ਟਿਕਟ ਲੈ ਕੇ ਆਏ। ਪਹਿਲਾਂ ਇੰਚਾਰਜ ਸੀਗੇ ਸਰਦਾਰ ਗੁਰਮੇਲ ਸਿੰਘ ਪਹਿਲਵਾਨ ਜੀ, ਤੇ ਉਹਨਾਂ ਦੇ 15 ਦਿਨਾਂ ਦੇ ਦਰਮਿਆਨ ਅਸੀਂ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਸੀਗੇ, ਆਪਣਾ ਦਲਜੀਤ ਗਰੇਵਾਲ ਭੋਲਾ ਜੀ ਸੀਗੇ, ਦੋਵੇਂ ਆਪਣੇ ਆਪ ਸਟੈਬਲਿਸ਼ ਲੀਡਰ ਸੀਗੇ ਈਸਟ ਕੌਂਸਟੀਚੁਐਂਸੀ ਦੇ ਵਿੱਚ। ਤੇ ਉਹਨਾਂ ਦੇ ਅਗੇਂਸਟ ਆ ਕੇ ਸੰਜੇ ਤਲਵਾੜ ਜੀ 15 ਦਿਨ ਪਹਿਲੇ ਆਏ ਸੀਗੇ, ਤੇ ਉਹਨਾਂ ਨੂੰ ਅਸੀਂ ਸਾਰਿਆਂ ਨੇ, ਜਿੰਨੀ ਵੀ ਸਾਡੀ ਸਮੁੱਚੀ ਟੀਮ ਸੀਗੀ, ਚਾਹੇ ਕੋਈ ਛੋਟਾ ਵਰਕਰ ਸੀ ਜਾਂ ਵੱਡਾ ਲੀਡਰ ਸੀਗਾ, ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਸੰਜੇ ਤਲਵਾੜ ਦੀ ਜਿੱਤ ਝੋਲੀ ਪਾ ਕੇ ਤੇ ਇਹਨਾਂ ਨੂੰ ਐਮਐਲਏ ਦੇ ਸਿਹਰੇ ਦੇ ਨਾਲ ਨਵਾਜਿਆ ਸੀਗਾ। ਪਰ ਉਹਦਾ ਸਾਨੂੰ ਕੀ ਇਨਾਮ ਮਿਲਿਆ? ਅੱਜ ਅਸੀਂ ਆਪਣੇ ਆਪਣੇ ਘਰਾਂ ਨੂੰ ਬੈਠੇ ਆ, ਅੱਜ ਆਪਣੀ ਹੀ ਪਾਰਟੀ ਦੇ ਖਿਲਾਫ ਅਸੀਂ ਬੋਲਦੇ ਪਏ ਆ। ਨਿਰਮਲ ਜੀ, ਤੁਹਾਡੇ ਕੋਲ ਲੁਧਿਆਣੇ ਦੀ ਜ਼ਿੰਮੇਵਾਰੀ ਵੀ ਰਹੀ ਹੈ, ਵੱਡੀ ਜ਼ਿੰਮੇਵਾਰੀ ਜਿੰਦੇ ਬਾਅਦ ਤੁਹਾਡੀ ਕੀ ਆਲਾ ਅਧਿਕਾਰੀਆਂ ਨਾਲ ਜਾਂ ਕਿਸੇ ਹੋਰ ਸੀਨੀਅਰ ਆਗੂ ਦੇ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ? ਦੇਖੋ, ਮੈਂ ਤਕਰੀਬਨ ਟੱਚ 'ਚ ਰਿਹਾ ਸਾਡੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਦੇ।
ਉਸ ਇਨਸਾਨ ਦੀ ਮੈਂ ਕੀ ਗੱਲ ਕਰਾਂ, ਉਹ ਬੰਦਾ ਤਾਂ ਦੇਵਤਾ ਯਾਰ, ਬਹੁਤ ਯਾਰਾਂ ਦਾ ਯਾਰ ਹੈ, ਭਰਾ ਉਹ। ਉਸ ਬੰਦੇ ਨੇ ਹਰ ਇੱਕ ਬੰਦੇ ਨਾਲ ਖੜਿਆ। ਮੈਂ ਉਹਨਾਂ ਨੂੰ ਕਈ ਵਾਰੀ ਕਿਹਾ, ਮੈਂ ਕਿਹਾ ਭਾਜੀ ਕਿ ਸਾਡਾ ਸਿਸਟਮ ਸੈੱਟ ਨਹੀਂ ਬੈਠਾ, ਸੰਜੇ ਦਰਬਾਰ ਸਾਨੂੰ ਬਿਲਕੁਲ ਨਹੀਂ ਪੁੱਛਦਾ ਪਿਆ। ਉਹਨਾਂ ਨੇ ਇੱਕੋ ਗੱਲ ਕਹੀ, ਕੋਈ ਨਹੀਂ ਰਾਜੇ ਮੈਂ ਬੈਠਾ। ਉਹ ਵਾਕਿਆ ਹੀ ਉਸ ਬੰਦੇ ਨੇ ਸਾਨੂੰ ਕਦੀ ਪਿੱਠ ਨਹੀਂ ਦਿਖਾਈ, ਸਾਡੇ ਹਰ ਇੱਕ ਕੰਮ ਤੇ ਹਰ ਇੱਕ ਥਾਂ ਤੇ ਮੋਢੇ ਨਾਲ ਮੋਢਾ ਜੋੜ ਕੇ ਖੜਿਆ। ਉਹਨਾਂ ਨਾਲ ਤਾਂ ਹਰ ਵਾਰ ਡਿਸਕਸ ਹੁੰਦੀ ਰਹਿੰਦੀ ਸੀ। ਜਿਹੜੇ ਸਾਡੇ ਮੌਜੂਦਾ ਪ੍ਰਧਾਨ ਨੇ, ਜਿਹੜੇ ਪਹਿਲਾਂ ਵੀ ਪ੍ਰਧਾਨ ਰਹੇ ਨੇ, ਅਸ਼ਵਨੀ ਸ਼ਰਮਾ ਜੀ, ਉਹਨਾਂ ਨੇ ਕਦੀ ਸਾਡੇ ਤੱਕ ਅਪਰੋਚ ਹੀ ਨਹੀਂ ਕੀਤੀ। ਸਗੋਂ ਮੈਂ ਇੱਕ ਦਿਨ ਉਹਨਾਂ ਨੂੰ ਫੋਨ ਕੀਤਾ ਜਦੋਂ ਦੁਬਾਰਾ ਪ੍ਰਧਾਨ ਬਣੇ ਨੇ, ਤੇ ਮੈਂ ਕਿਹਾ ਪ੍ਰਧਾਨ ਜੀ ਬਹੁਤ ਬਹੁਤ ਮੁਬਾਰਕਾਂ ਦੁਬਾਰਾ ਪ੍ਰਧਾਨਗੀ ਮਿਲਣ ਤੋਂ। ਤੇ ਮੈਂ ਕਿਹਾ ਤੁਸੀਂ ਕੋਈ ਮੈਸੇਜ ਹੀ ਨਹੀਂ ਕਨਵੇ ਕਰਦੇ। ਕਿਉਂ ਮੈਸੇਜ ਵੀ ਕੀ ਕਨਵੇ ਕਰਨ, ਕਿਉਂਕਿ ਇਹਨਾਂ ਕੋਲ ਟੀਮ ਹੀ ਨਹੀਂ ਬਣੀ। ਟੀਮ ਸਾਡੇ ਪੰਜਾਬ ਦੇ ਪ੍ਰਧਾਨ ਨੇ ਸਰਦਾਰ ਨਵਜੋਤ ਸਿੰਘ ਸਿੱਧੂ ਜੀ, ਉਹਨਾਂ ਕੋਲ ਨਹੀਂ ਬਣੀ, ਤੇ ਜ਼ਿਲ੍ਹੇ ਦੀ ਤਾਂ ਕੀ ਬਣਨੀ ਸੀਗੀ ਜੀ। ਉੱਪਰ ਤੋਂ ਲੈ ਕੇ ਥੱਲੇ ਤੱਕ ਕਾਂਗਰਸ ਦੇ ਵਿੱਚ ਘਮਸਾਨ ਹੈ। ਕੀ ਕਾਰਨ ਹੈ ਕਿ ਸੁਣਵਾਈ ਨਹੀਂ ਹੈਗੀ ਵਰਕਰਾਂ ਦੀ? ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਐਮਐਲਏ ਛੱਡੀ ਜਾ ਰਹੇ ਨੇ ਲਗਾਤਾਰ ਪਾਰਟੀਆਂ, ਚਾਹੇ ਕੋਈ ਦੁਬਾਰਾ ਵਾਪਸ ਵੀ ਆ ਗਏ। ਭਾਜੀ ਇੱਕ ਪੰਜਾਬੀ ਦੀ ਕਹਾਵਤ ਹੈ, ਕਹਿੰਦੇ ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਏ ਨਾ, ਫਿਰ ਉਹਨੂੰ ਕੋਈ ਬਚਾ ਨਹੀਂ ਸਕਦਾ। ਔਰ ਜਿਹੜੀ ਵਾੜ ਹੈ ਨਾ, ਕਾਂਗਰਸ ਪਾਰਟੀ ਦੀ ਜਿਹੜੀ ਵਾੜ ਹੈ, ਉਹ ਮੁੱਢਲੀ ਲੀਡਰਸ਼ਿਪ ਹੈ, ਜਿਹੜੀ ਉੱਪਰ ਵਾਲੀ ਲੀਡਰਸ਼ਿਪ ਹੈ। ਜਦ ਉਹਨਾਂ ਨੂੰ ਇੱਕ ਦੂਜੇ ਤੇ ਭਰੋਸਾ ਨਹੀਂ, ਤੇ ਅਸੀਂ ਉਹਨਾਂ ਕੋਲੋਂ ਕੀ ਐਕਸਪੈਕਟੇਸ਼ਨ ਸਾਡੀ ਹੋ ਸਕਦੀ ਹੈ। ਅੱਜ ਅਸੀਂ ਗੱਲ ਕਰੀਏ ਸਾਡੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੀ, ਜਾਂ ਸਾਡੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਜੀ ਦੀ, ਇਹਨਾਂ ਦੀ ਆਪਸ ਹੀ ਨਹੀਂ ਬਣਦੀ ਪਈ। ਸਿੱਧੂ ਸਾਹਿਬ ਨੇ ਪਹਿਲਾਂ ਕੈਪਟਨ ਸਾਹਿਬ ਨੂੰ ਮਾੜਾ ਕਹਿੰਦੇ ਰਹੇ ਨੇ, ਹੁਣ ਬਾਕੀਆਂ ਨੂੰ ਕਹੀ ਜਾਂਦੇ ਨੇ। ਜਦ ਇਹਨਾਂ ਦੀ ਆਪਸ ਹੀ ਨਹੀਂ ਬਣਦੀ ਤੇ ਵਰਕਰ ਕੀ ਕਰੂਗਾ ਉੱਥੇ? ਸਾਡੇ ਐਮਐਲਏ ਸਾਹਿਬ ਨੇ ਨਹੀਂ ਸਾਨੂੰ ਪੁੱਛਿਆ, ਸਾਡੇ ਜ਼ਿਲ੍ਹਾ ਪ੍ਰਧਾਨਾਂ ਨੇ ਨਹੀਂ ਸਾਨੂੰ ਪੁੱਛਿਆ। ਹਾਂ, ਪਰ ਇੱਕ ਖਾਸੀਅਤ ਰਹੀ ਹੈ ਸਾਡੀ ਜੀ ਕਾਂਗਰਸ ਪਾਰਟੀ ਦੀ। 10 ਸਾਲ ਕਾਂਗਰਸ ਪਾਰਟੀ ਸੱਤਾ 'ਚ ਨਹੀਂ ਸੀਗੀ, ਤੇ ਉਦੋਂ ਅਸੀਂ ਇਹਨਾਂ ਦੇ ਭਰਾ ਵੀ ਸੀਗੇ, ਅਸੀਂ ਇਹਨਾਂ ਦੇ ਸਭ ਕੁਝ ਸੀਗੇ। ਸਾਨੂੰ ਪਹਿਲ ਦੇ ਆਧਾਰ ਤੇ ਫੋਨ ਆਉਂਦਾ ਸੀ, ਆਜੋ ਜੀ ਧਰਨਾ ਲਾਣਾ ਹੈ, ਰੈਲੀ ਕਰਨੀ ਹੈ, ਜਾਂ ਬਿੱਟੂ ਜੀ ਦਾ ਫੋਨ ਆਉਂਦਾ ਸੀਗਾ ਜੀ ਚੰਡੀਗੜ੍ਹ ਜਾ ਕੇ ਆਪਾਂ ਧਰਨਾ ਲਾਣਾ ਹੈ, ਤੇ ਹਰ ਇੱਕ ਜਗ੍ਹਾ ਤੇ ਸਾਥੀਆਂ ਦੇ ਨਾਲ ਪਹੁੰਚਦੇ ਰਹੇ ਆ। ਉਦੋਂ ਸਾਡੀ ਵੈਲਿਊ ਸੀਗੀ, ਕਿਉਂਕਿ ਉਸ ਟਾਈਮ ਸਾਡੀ ਸਰਕਾਰ ਨਹੀਂ ਸੀਗੀ, ਕਿਉਂਕਿ ਉਹਨਾਂ ਨੂੰ ਉਦੋਂ ਇਹ ਪਤਾ ਸੀਗਾ ਕਿ ਅੱਜ ਜੇ ਅਸੀਂ ਲੀਡਰਾਂ ਤੇ ਵਰਕਰਾਂ ਦੇ ਸਿਰ ਤੇ ਲੀਡਰ ਆ, ਤੇ ਹੁਣ ਅਗਲੇ ਐਮਐਲਏ ਬਣ ਕੇ ਅਗਲੇ ਕਹਿੰਦੇ ਹੁਣ ਸਾਨੂੰ ਲੋੜ ਹੀ ਨਹੀਂ, ਕਿਉਂਕਿ ਅੱਜ ਵਰਕਰ ਸਾਡੇ ਨਾਲ ਆ, ਅਸੀਂ ਵਰਕਰ ਦੇ ਨਾਲ ਨਹੀਂ। ਉਹਨਾਂ ਦੀ ਇਹ ਸੋਚ ਹੋ ਚੁੱਕੀ ਹੈ। ਜਿਵੇਂ ਤੁਸੀਂ ਕਿਹਾ ਪਿਛਲੀ ਵਾਰੀ ਸਿਰਫ 15 ਦਿਨ ਦਾ ਸਮਾਂ ਮਿਲਿਆ ਐਮਐਲਏ ਸੰਜੇ ਦਰਬਾਰ ਨੂੰ। 15 ਦਿਨ ਪਹਿਲਾਂ ਟਿਕਟ ਅਨਾਉਂਸ ਹੁੰਦੀ ਹੈ, 17 ਦਿਨ ਪਹਿਲਾਂ ਤਾਂ ਹਲਕੇ ਦੇ ਵਿੱਚ ਆਉਂਦੇ ਨੇ, ਵਿਚਰਦੇ ਨੇ, ਤਾਂ ਸੀਟ ਵੀ ਜਿੱਤ ਲਈ ਜਾਂਦੀ ਹੈ। ਮੌਜੂਦਾ ਐਮਐਲਏ ਵੀ ਨੇ ਹੁਣ, ਠੀਕ ਹੈ, ਪਰ ਹੁਣ ਵੀ ਉਹ ਲਗਾਤਾਰ ਕਹਿ ਰਹੇ ਨੇ ਪਿਛਲੀ ਵਾਲਾ ਸਮਾਂ ਬਹੁਤ ਘੱਟ ਸੀ, ਪਰ ਹੁਣ ਤਾਂ 5 ਸਾਲ ਲੋਕਾਂ ਦੀ ਸੇਵਾ ਕੀਤੀ ਹੈ, 4000 ਕਰੋੜ ਦਾ ਵਿਕਾਸ ਕੀਤਾ ਹੈ। ਭਾਜੀ ਪਿਛਲੀ ਵਾਰੀ ਜਦੋਂ ਸੰਜੇ ਤਲਵਾੜ ਜੀ 15 ਦਿਨ ਪਹਿਲਾਂ ਟਿਕਟ ਲੈ ਕੇ ਆਏ ਸੀਗੇ, ਉਦੋਂ ਸੰਜੇ ਤਲਵਾੜ ਨੂੰ ਈਸਟ ਕਨਸਟੀਚੁਐਂਸੀ 'ਚ ਕੋਈ ਜਾਣਦਾ ਨਹੀਂ ਸੀਗਾ। ਅਗਰ ਈਸਟ ਕਨਸਟੀਚੁਐਂਸੀ ਦੇ ਵਿੱਚ ਸੰਜੇ ਤਲਵਾੜ ਨੂੰ ਵੋਟਾਂ ਪਈਆਂ ਸੀਗੀਆਂ, ਉਹ ਇੱਕ ਕਾਂਗਰਸ ਦੇ ਨਾਮ ਨੂੰ ਪਈਆਂ ਸੀ, ਜਾਂ ਜਿੰਨੀ ਕਾਂਗਰਸ ਦੀ ਟੀਮ ਸੀਗੀ ਉਹਨਾਂ ਦੇ ਮੂੰਹ ਨੂੰ ਪਈਆਂ ਸੀਗੀਆਂ। ਪਰ ਸੰਜੇ ਤਲਵਾੜ ਜੀ ਨੇ ਕੀ ਕੀਤਾ, ਜਿਹੜੀ ਪੁਰਾਣੀ ਟੀਮ ਸੀਗੀ, ਜਿਹੜੀ ਗੁਰਮੇਲ ਸਿੰਘ ਪਹਿਲਵਾਨ ਦੇ ਨਾਲ ਚੱਲਦੀ ਰਹੀ, ਜਾਂ ਜਿਹੜੀ ਟੀਮ ਸਰਦਾਰ ਮਲਕੀਤ ਸਿੰਘ ਵੀਰਮੀ ਦੇ ਨਾਲ ਚੱਲਦੀ ਰਹੀ, ਜਗਮੋਹਨ ਸ਼ਰਮਾ ਪ੍ਰਧਾਨ ਉਹਨਾਂ ਨਾਲ ਚੱਲਦੀ ਰਹੀ, ਵਿਪਨ ਆਪਣਾ ਕੀ ਨਾਲ ਲੈਂਦੇ ਨੇ ਪਵਨ ਦੀਵਾਨ ਨਾਲ ਚੱਲਦੀ ਰਹੀ, ਗੁਰਪ੍ਰੀਤ ਗੋਗੀ ਨਾਲ ਚੱਲਦੀ ਰਹੀ, ਔਰ ਸਾਰੀ ਟੀਮ ਦੇ ਮੂੰਹ ਨੂੰ ਵੋਟਾਂ ਪਈਆਂ। ਹੁਣ ਤਾਂ ਇਹਨਾਂ ਨੇ ਆਪਣੀ ਨਵੀਂ ਟੀਮ ਖੜੀ ਕੀਤੀ ਹੈ, 19 ਕਾਉਂਸਲਰ ਲਾਏ ਨੇ, ਜਿਨ੍ਹਾਂ ਚੋਂ ਹਾਰੇ ਨੇ, ਜਿਹੜੇ ਜਿੱਤੇ ਨੇ, ਕੋਈ ਆਮ ਆਦਮੀ ਪਾਰਟੀ ਚੋਂ ਆਇਆ, ਕੋਈ ਅਕਾਲੀ ਦਲ ਚੋਂ ਆਇਆ, ਉਹ ਕਾਉਂਸਲਰ ਨੇ। ਹੁਣ ਇਹਨਾਂ ਨੂੰ ਬਾਕੀ ਵਰਕਰਾਂ ਦੀ ਲੋੜ ਹੀ ਨਹੀਂ, ਹੁਣ ਇਹਨਾਂ ਨੇ ਜਿਤਾਣਾ, ਟਕਸਾਲੀ ਵਰਕਰਾਂ ਨੇ ਨਹੀਂ ਜਿਤਾਣਾ, ਟਕਸਾਲੀਆਂ ਦੀ ਲੋੜ ਨਹੀਂ ਇਹਨਾਂ ਨੂੰ। ਕੀ ਵਿਕਾਸ ਹੋਇਆ ਹਲਕੇ ਦੇ ਵਿੱਚ? ਹਲਕਾ ਈਸਟ ਦੀ ਗੱਲ ਕੀਤੀ ਜਾਵੇ, ਰਾਹੋਂ ਰੋਡ ਤੇ ਮੌਜੂਦ ਆ। ਰਾਹੋਂ ਰੋਡ ਤੁਸੀਂ ਇਹ ਪ੍ਰੈਸ ਕਾਨਫਰੰਸ ਕਰ, ਰਾਹੋਂ ਰੋਡ ਦੇ ਕੀ ਹਾਲ ਹੈ? ਉਹ ਕਹਿੰਦੇ 4000 ਕਰੋੜ ਦਾ ਵਿਕਾਸ ਕਰਵਾਤਾ। ਭਾਜੀ ਇਹ ਨਾ ਇੱਕ ਬੜੀ ਹਾਸੋ ਹੋਣੀ ਜੀ ਗੱਲ ਹੈ ਕਿ 4000 ਕਰੋੜ ਰੁਪਈਆ। ਮੈਂ ਕਹਿੰਦਾ ਮੇਰੀ ਸਾਰੀ ਜ਼ਿੰਦਗੀ ਲੰਘ ਜਾਣੀ ਹੈ, ਮੈਂ ਮਰ ਵੀ ਜਾਣਾ, ਮੈਂ ਤਾਂ ਵੀ ਨਹੀਂ ਗਿਣ ਸਕਦਾ 4000 ਕਰੋੜ। ਸ਼ਾਇਦ ਮੈਂ ਆਪਣੀ ਜ਼ਿੰਦਗੀ 'ਚ ਕਦੀ ਦੇਖਣਾ ਵੀ ਨਹੀਂ ਇੰਨਾ ਪੈਸਾ। ਅਗਰ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਸਾਡੇ ਕੋਲ ਫੰਡ ਹੈ ਨਹੀਂ, ਦੂਜੇ ਪਾਸੇ ਸੰਜੇ ਤਲਵਾੜ ਨੇ 4000 ਕਰੋੜ ਲਾਤਾ। ਮੈਂ ਕੱਲੀ ਕਿ ਰਾਹੋਂ ਰੋਡ ਦੀ ਗੱਲ ਕਰ ਲੈਣਾ ਜੀ, ਪਿਛਲੇ 5 ਸਾਲ ਤੋਂ ਰਾਹੋਂ ਰੋਡ ਦੀ ਸੇਵਾ ਹੋ ਰਹੀ ਹੈ। ਤੁਸੀਂ ਅੱਜ ਵੀ ਜਾ ਕੇ ਦੇਖੋਗੇ ਰਾਹੋਂ ਰੋਡ ਹਲੇ ਵੀ ਡਿਵੈਲਪ ਨਹੀਂ ਹੋਇਆ, ਹਲੇ ਵੀ ਕੰਪਲੀਟ ਨਹੀਂ ਹੋਇਆ। ਆ ਸੰਡੇ ਬਾਰਿਸ਼ ਪਈ ਸੀ ਕਿ ਪਾਣੀ ਅੱਜ ਤੱਕ ਖੜਾ ਹੈ। ਆ ਰਾਹੋਂ ਰੋਡ ਦੇ ਉੱਤੇ ਗਰਿੱਲਾਂ ਲਾਈਆਂ ਗਈਆਂ ਨੇ ਡਿਵਾਈਡਰਸ ਦੇ ਉੱਤੇ, ਤੁਸੀਂ ਜਾ ਕੇ ਦੇਖੋ ਲੋਕਾਂ ਦਾ ਪੈਸਾ ਖਰਾਬ ਹੋ ਰਿਹਾ। ਉਹ ਗਰਿੱਲਾਂ ਜਿਹੜੀਆਂ ਲੱਗੀਆਂ ਨੇ ਉਹਨਾਂ ਨੂੰ ਜੰਗਾਲ ਲੱਗ ਰਿਹਾ, ਵੇਸਟ ਆਫ ਮਨੀ, ਲੋਕਾਂ ਦਾ ਪੈਸਾ ਖਰਾਬ ਹੋ ਰਿਹਾ। ਅਗਰ ਤੁਸੀਂ ਕਿਤੇ 4000 ਕਰੋੜ ਲਾਇਆ, ਕਿੱਥੇ ਲਾਇਆ ਦੱਸੋ? ਮੈਨੂੰ ਨਹੀਂ ਨਜ਼ਰ ਆਉਂਦਾ 4000 ਕਰੋੜ ਲਾਇਆ। ਇੱਕ ਰੋਡ ਦੇ ਉੱਤੇ ਤੁਸੀਂ 5 ਸਾਲ ਲਾਤੇ ਯਾਰ, ਤੁਹਾਡੇ ਕੋਲ ਰੋਡ ਨਹੀਂ ਕੰਪਲੀਟ ਹੋਈ, ਸਗੋਂ ਤੁਸੀਂ ਰੋਡ ਦੇ ਉੱਤੇ ਕਲੰਕ ਲਾਤਾ, ਅੱਗੇ ਸੀਵਰੇਜ ਦਾ ਪਾਣੀ ਅੱਗੇ ਸੁੱਟਣ ਦੇ ਲਈ ਪੰਪ ਲਾਤਾ। ਸਗੋਂ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਵਪਾਰ ਜਿਹੜਾ ਬੰਦ ਕਰਤਾ, ਕਿਉਂਕਿ ਇੰਨੀ ਕਿ ਜ਼ਿਆਦਾ ਸਮੈਲ ਆਉਂਦੀ ਹੈ। ਹਿੰਮਤ ਜੀ ਤੁਸੀਂ ਉੱਥੇ 2 ਮਿੰਟ ਖੜੇ ਨਹੀਂ ਹੋ ਸਕਦੇ ਜਦੋਂ ਚੱਲਦਾ ਹੈ। ਪਿਛਲੇ ਅੱਜ ਤੋਂ 5 ਸਾਲ ਪਿੱਛੇ ਜਾਈਏ ਤੇ ਉਦੋਂ ਵੀ ਤਾਂ ਰੋਡ ਤੋਂ ਪਾਣੀ ਨਿਕਲਦਾ ਸੀਗਾ, ਉਦੋਂ ਨਹੀਂ ਸੀ ਪਾਣੀ ਖੜਾ ਹੋਇਆ,
ਕਾਂਗਰਸ ਦੀ ਸਰਕਾਰ ਆਉਣ ਤੇ ਕਿਉਂ ਪਾਣੀ ਖੜਾ ਹੋ ਗਿਆ? ਕਿਉਂਕਿ ਅਸੀਂ ਫੇਲੀਅਰ, ਸਾਡਾ ਫੇਲੀਅਰ ਹੈ। ਅਸੀਂ ਐਮਐਲਏ ਵੀ ਫੇਲੀਅਰ ਆ ਔਰ ਕਾਉਂਸਲਰ ਵੀ ਫੇਲੀਅਰ ਨੇ। ਇਸ ਕਰਕੇ ਸਾਡੇ ਗੁਰੂ ਵਿਹਾਰ ਰੋਡ ਦੀ ਗੱਲ ਕਰ ਲਓ, ਆ ਗੁਰੂ ਵਿਹਾਰ ਰੋਡ ਮੇਰੇ ਸਾਹਮਣੇ ਗਲੀ ਹੈ ਜੀ ਇੱਕ। 30 ਦਸੰਬਰ 2020 ਨੂੰ ਉਸ ਗਲੀ ਦਾ ਮੁਹੂਰਤ ਹੋਇਆ ਕਿ ਜੀ ਸਵੇਰ ਤੋਂ ਗਲੀ ਬਣਨੀ ਸ਼ੁਰੂ ਹੋ ਰਹੀ ਹੈ। ਉਹ ਸਾਡੀ ਗੁਰੂ ਵਿਹਾਰ ਇੰਡਸਟਰੀ ਹੈ। ਗੁਰੂ ਵਿਹਾਰ ਦੇ ਵਿੱਚ ਬਾਹਰੋਂ ਲੋਕ ਆਉਂਦੇ ਨੇ, ਐਕਸਪੋਰਟਰ ਵੀ ਆਉਂਦੇ ਨੇ, ਇੰਪੋਰਟਰ ਵੀ ਆਉਂਦੇ ਨੇ, ਬਾਹਰੋਂ ਗਾਹਕ ਵੀ ਆਉਂਦੇ ਨੇ। ਉਹਨਾਂ ਦਾ ਵੈਲਕਮ ਗੰਦ ਨਾਲ ਹੁੰਦਾ ਜੀ ਸਾਡੇ ਗੁਰੂ ਵਿਹਾਰ 'ਚ। ਸਾਡੇ ਗੁਰੂ ਵਿਹਾਰ ਦੇ ਵਿੱਚ ਇੰਡਸਟਰੀ ਦੇ ਸਰਾਣੇ ਤੁਸੀਂ ਕੂੜੇ ਦਾ ਡੰਪ ਬਣਾਇਆ ਹੋਇਆ। ਇਹ ਕੀ ਡਿਵੈਲਪਮੈਂਟ ਆ 4000 ਕਰੋੜ ਦੀ? ਤੁਸੀਂ ਇੱਕ ਕੂੜਾ ਸਾਂਭਣ ਦੇ ਲਈ ਤਾਂ ਜਗ੍ਹਾ ਨਹੀਂ ਬਣਾ ਸਕੇ, ਹੋਰ ਕਿਹੜੀ ਤੁਸੀਂ 4000 ਕਰੋੜ ਦੀ ਡਿਵੈਲਪਮੈਂਟ ਗੱਲਾਂ ਕਰਦੇ ਹੋ ਜੀ? ਸਾਬਕਾ ਵਿਧਾਇਕ ਨੇ ਰਣਜੀਤ ਸਿੰਘ ਢਿੱਲੋਂ ਵੀ ਜਾਣਦੇ ਹੋਣੇ ਹੋ, ਠੀਕ ਹੈ। ਉਹਨਾਂ ਵੱਲੋਂ ਇਹ ਰੋਡ ਜਿਹੜੀ ਕੀ ਬਣਾਈ ਗਈ ਸੀ ਪਿਛਲੀ ਅਕਾਲੀ ਦਲ ਸਰਕਾਰ ਦੇ ਵੇਲੇ, ਬਹੁਤ ਵਧੀਆ ਰੋਡ ਬਣੀ, ਅਸੀਂ ਵੀ ਦੇਖੀ। ਪਰ ਉਹ ਕਹਿੰਦੇ ਵੀ ਇੱਕ ਨਵਜੋਤ ਸਿੰਘ ਸਿੱਧੂ ਨੇ ਇਸ ਰੋਡ ਤੇ ਆਣਾ ਸੀ, ਸੁਪਰ ਸੈਕਸ਼ਨ ਮਸ਼ੀਨਾਂ ਵੀ ਆਈਆਂ, ਤੁਹਾਨੂੰ ਪਤਾ ਹੀ ਹੋਣਾ। ਇੱਕ ਫੋਟੋ ਕਰਾਉਣ ਦੇ ਚੱਕਰ ਦੇ ਵਿੱਚ ਰੋਡ ਦਾ ਕੈਂਸਰ ਤੇ ਨਾ ਸੰਭਾਲਤਾ 5 ਸਾਲਾਂ ਦੇ ਵਿੱਚ ਕਾਂਗਰਸ ਨੇ। ਭਾਜੀ ਜਦੋਂ ਨਵਜੋਤ ਸਿੰਘ ਸਿੱਧੂ ਜੀ ਸਰਕਾਰ ਬਣਨ ਤੇ ਆਏ ਨੇ ਰਾਹੋਂ ਰੋਡ ਦੇ ਉੱਤੇ, ਉਦੋਂ ਸੁਪਰ ਸੈਕਸ਼ਨ ਮਸ਼ੀਨ ਲਾਈ ਗਈ। ਸੁਪਰ ਸੈਕਸ਼ਨ ਮਸ਼ੀਨ ਦਾ ਕੰਮ ਸਿਰਫ ਇੰਨਾ ਕੁ ਹੈ ਕਿ ਜਿੱਡਾ ਮਰਜ਼ੀ ਵੱਡਾ ਸੀਵਰੇਜ ਪਾਇਆ ਹੋਵੇ ਉਹਨੇ ਬਿਲਕੁਲ ਕਲੀਨ ਕਰਕੇ ਦੇਣਾ ਤੁਹਾਨੂੰ। ਉਹਦਾ ਕੰਮ ਇਹ ਹੈ। ਉਹਦੇ ਨਾਲ ਕੋਈ ਸੜਕ ਤਾਂ ਪੱਟੀ ਨਹੀਂ ਗਈ ਜੀ, ਉਹਦੇ ਨਾਲ ਨਹੀਂ ਕੋਈ ਸੜਕ ਪੱਟੀ ਗਈ। ਇਹ ਤਾਂ ਉਸ ਤੋਂ 6 ਮਹੀਨੇ ਬਾਅਦ ਕਹਿੰਦੇ ਜੀ ਪਾਣੀ ਦੀ ਨਿਕਾਸੀ ਨਹੀਂ। ਯਾਰ ਜਦ ਸੀਵਰੇਜ ਖਾਲੀ ਕਰਾ ਲਏ ਤੁਸੀਂ, ਫਿਰ ਪਾਣੀ ਕਿੱਦਾਂ ਰੁਕ ਰਿਹਾ? ਸਭ ਤੋਂ ਵੱਡਾ ਮੇਜਰ ਇਸ਼ੂ ਹੀ ਹੈ ਨਾ ਕਿ ਕਹਿਣ ਦਾ ਮਤਲਬ ਨਵਜੋਤ ਸਿੰਘ ਸਿੱਧੂ ਹੀ ਫੋਟੋਆਂ ਕਰਾ ਕੇ ਚਲ ਗਏ, ਕਲੀਨ ਤਾਂ ਹੋਏ ਨਹੀਂ। ਭਾਜੀ ਇਹ ਤਾਂ ਹੁਣ ਦੇਖੋ, ਜਾਂ ਤਾਂ ਕਾਰਪੋਰੇਸ਼ਨ ਦੱਸ ਸਕਦੀ ਹੈ ਇਹਦੇ ਬਾਰੇ, ਜਾਂ ਫਿਰ ਸੰਜੇ ਤਲਵਾੜ ਜੀ ਦੱਸ ਸਕਦੇ ਆ, ਜਾਂ ਜਿਸ ਬੰਦੇ ਦੀਆਂ ਸੁਪਰ ਸੈਕਸ਼ਨ ਮਸ਼ੀਨਾਂ ਸੀਗੀਆਂ ਜਾਂ ਉਹ ਦੱਸ ਸਕਦੇ ਆ। ਜਾਨੀ ਕਿ ਸੁਪਰ ਸੈਕਸ਼ਨ ਵਾਲਾ ਪਲਾਨ ਸਾਰਾ ਜਾਨੀ ਕਿ ਇੱਕ ਹਿਸਾਬ ਦਾ ਫੇਲੀਅਰ ਹੈ, ਸਿਰਫ ਅਖਬਾਰਾਂ ਤੇ ਚੈਨਲਾਂ 'ਚ ਫੋਟੋਆਂ ਕਰਾਉਣ ਤੱਕ ਹੀ ਸੀਮਤ ਰਹਿ ਗਿਆ। ਭਾਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜੇ ਸੁਪਰ ਸੈਕਸ਼ਨ ਦੇ ਨਾਲ ਮਸ਼ੀਨਾਂ ਨਾਲ ਸਾਫ਼ ਹੋਇਆ ਹੁੰਦਾ ਤੇ ਫਿਰ ਰਾਹੋਂ ਰੋਡ ਤੇ ਪਾਣੀ ਕਿਉਂ ਖੜਾ? ਫਿਰ ਅੱਛਾ, ਸਭ ਤੋਂ ਵੱਡੀ ਗੱਲ ਇੱਕ ਹੋਰ, ਅਗਰ ਸੁਪਰ ਸੈਕਸ਼ਨ ਲੱਗੀ, ਜਦੋਂ ਵੀ ਸੁਪਰ ਸੈਕਸ਼ਨ ਕਿਤੇ ਵੀ ਮੇਰੀ ਨੌਲੇਜ ਦੇ ਹਿਸਾਬ ਦੇ ਨਾਲ ਜਦੋਂ ਵੀ ਕਿਤੇ ਸੁਪਰ ਸੈਕਸ਼ਨ ਲੱਗਦੀ ਹੈ ਨਾ ਜੀ, ਪਹਿਲਾਂ ਉਸ ਇੰਜੀਨੀਅਰ ਦੇ ਕੋਲ ਨਾ ਸੀਵਰੇਜ ਦਾ ਡਾਇਗਰਾਮ ਹੁੰਦੀ ਹੈ ਕਿ ਕਿਹੜਾ ਸੀਵਰੇਜ ਕਿੱਥੇ ਕਿੱਦਾਂ ਕਿਵੇਂ ਪਿਆ ਹੋਇਆ। ਸਾਡੇ ਐਮਐਲਏ ਸਾਹਿਬ ਨੇ ਇਹ ਤਰਕ ਦਿੱਤਾ ਜਦੋਂ ਇੱਕ ਵਾਰੀ ਸੁਪਰ ਸੈਕਸ਼ਨ ਲੱਗੀ ਤੇ ਉਸ ਤੋਂ ਬਾਅਦ ਸੁਪਰ ਸੈਕਸ਼ਨ ਫੇਰ ਲਾਈ 6 ਮਹੀਨੇ ਬਾਅਦ। ਅਦਰਵਾਈਜ਼ ਅਗਰ ਸੁਪਰ ਸੈਕਸ਼ਨ ਲੱਗੀ ਹੋਵੇ ਨਾ ਇੱਕ ਵਾਰੀ ਤਾਂ ਜਲਦੀ ਲੋੜ ਨਹੀਂ ਪੈਂਦੀ। ਕਹਿੰਦੇ ਜੀ ਸੀਵਰੇਜ ਨਾ ਟੇਢਾ ਕੀਤਾ ਹੋਇਆ ਜੀ ਜੈਨ ਕਲੋਨੀ ਤੋਂ ਲੈ ਕੇ ਗੁਰੂ ਵਿਹਾਰ ਤੱਕ, ਤੇ ਅਸੀਂ ਸੀਵਰੇਜ ਸਿੱਧਾ ਕਰਨਾ ਹੈ ਜੀ, ਤਾਂ ਕਰਕੇ। ਯਾਰ ਜਦੋਂ ਪਹਿਲਾਂ ਤੁਹਾਡੇ ਕੋਲ ਡਾਇਗਰਾਮ ਆ ਗਿਆ ਸੀਗਾ ਕਿ ਸੀਵਰੇਜ ਟੇਢਾ ਹੈ ਤੇ ਤੁਸੀਂ ਉਹ ਪਹਿਲਾਂ ਹੀ ਨਾ ਸੁਪਰ ਸੈਕਸ਼ਨ ਲਾਓ। ਪਹਿਲਾਂ ਤੁਸੀਂ ਲੋਕਾਂ ਦਾ ਲੱਖਾਂ ਰੁਪਈਆ ਖਰਾਬ ਕੀਤਾ ਨਾ ਕਰੋ, ਪਹਿਲਾਂ ਹੀ ਤੁਸੀਂ ਉਹਨੂੰ ਠੀਕ ਕਰ ਲੈਂਦੇ। ਅੱਜ 5 ਸਾਲ ਹੋ ਗਏ, ਅੱਜ ਰਾਹੋਂ ਰੋਡ ਦੀ ਹਾਲਤ ਅੱਜ ਜਸ ਤੋਂ ਤਸ ਹੈ। ਲੋਕੀ ਦੁਖੀ ਨੇ। ਤੁਸੀਂ ਜਾ ਕੇ ਰਾਹੋਂ ਰੋਡ ਤੇ ਕਿਤੇ ਤੁਸੀਂ ਰਾਉਂਡ ਕੱਢਿਓ, ਸੰਡੇ ਪਈ ਸੀ ਬਰਸਾਤ, ਸਾਰੇ ਸ਼ਹਿਰ ਚੋਂ ਪਾਣੀ ਨਿਕਲ ਗਿਆ ਪਰ ਰਾਹੋਂ ਰੋਡ ਤੋਂ ਨਹੀਂ ਨਿਕਲਿਆ। ਰਾਹੋਂ ਰੋਡ ਤੇ ਅੱਜ ਵੀ ਕਿਤੇ ਨਾ ਕਿਤੇ ਸਾਈਡਾਂ ਤੇ ਖੜਾ ਹੋਊਗਾ ਪਾਣੀ। ਔਰ ਸਗੋਂ ਸਾਡੇ ਮਾਨਯੋਗ ਸੰਜੇ ਤਲਵਾੜ ਜੀ ਨੇ ਸਵਰਗ ਨਾਮ ਦਿੱਤਾ ਇਹਨੂੰ, ਕਿਉਂਕਿ ਮਰਨ ਤੋਂ ਬਾਅਦ ਹੀ ਬੰਦਾ ਸਵਰਗ ਨਰਕ 'ਚ ਜਾਂਦਾ ਹੈ ਤੇ ਉਸ ਤੋਂ ਬਾਅਦ ਤਾਂ ਪਤਾ ਹੀ ਨਹੀਂ, ਦੱਸਦਾ ਹੀ ਨਹੀਂ ਕਿਹੜਾ ਬੰਦਾ ਸਵਰਗ 'ਚ ਗਿਆ ਕਿ ਸਵਰਗ ਕਿੱਦਾਂ ਦਾ ਹੈ। ਤੇ ਮੈਂ ਤਾਂ ਬੜਾ ਖੁਸ਼ ਨਸੀਬ ਆ ਆਪਣੇ ਆਪ ਨੂੰ। ਮੈਂ ਰਾਹੋਂ ਰੋਡ ਦੇ ਈਸਟ ਕੌਂਸਟੀਚੁਐਂਸੀ ਦੇ ਵਸਨੀਕਾਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਬੜੇ ਖੁਸ਼ ਨਸੀਬ ਹੋ ਕਿ ਤੁਹਾਨੂੰ ਸੰਜੇ ਤਲਵਾੜ ਜੀ ਨੇ ਜਿੰਦੇ ਜੀ ਸਵਰਗ ਦਿਖਾਤਾ। 4000 ਕਰੋੜ ਕਿਹਾ ਜਾ ਰਿਹਾ ਕਿ ਹਲਕਾ ਈਸਟ ਦੇ ਵਿੱਚ 4000 ਕਰੋੜ ਦੇ ਜਿਹੜਾ ਕਿ ਵਿਕਾਸ ਉਹ ਕੀਤਾ ਜਾ ਰਿਹਾ ਹੈ। ਪਰ ਜਿਹੜੀ ਜਗ੍ਹਾ ਤੇ ਅਸੀਂ ਇਸ ਟਾਈਮ ਬੈਠੇ ਆ ਰਾਹੋਂ ਰੋਡ ਦੀ ਗੱਲ ਕਰਦੇ ਆ, ਮੈਂ ਵੀ ਕਈ ਵਾਰ ਆਇਆ ਇੱਥੇ, ਧਰਨੇ ਪ੍ਰਦਰਸ਼ਨ ਲੋਕਾਂ ਦੇ ਵੱਲੋਂ ਕੀਤੇ ਗਏ, ਕਈ ਵਾਰ ਐਕਸੀਡੈਂਟ ਹੋਏ, ਲੋਕਾਂ ਦੀ ਸੱਟਾਂ ਵੀ ਕਾਫੀ ਲੱਗੀਆਂ ਨੇ। ਕਿਉਂਕਿ ਜਦੋਂ ਇੱਥੇ ਬਰਸਾਤ ਪੈਂਦੀ ਹੈ, ਘੰਟੇ ਦੀ ਬਰਸਾਤ ਹੈ ਜਿਹੜੀ ਕਿ ਗੋਡੇ ਗੋਡੇ ਪਾਣੀ ਖੜਾ ਹੋ ਜਾਂਦਾ ਹੈ, ਲੋਕ ਵੀ ਪੂਰੇ ਪਰੇਸ਼ਾਨ ਨੇ। ਹੁਣ ਤਾਂ ਤੁਸੀਂ ਵੀ ਕਾਂਗਰਸ ਦੀ ਵੀ ਬੋਲ ਪਏ, ਫਿਰ ਵੀ ਉਹ ਕਿਵੇਂ ਕਹਿ ਰਹੇ ਨੇ ਵੀ ਅਸੀਂ ਵਿਕਾਸ ਕੀਤਾ ਕਰਾਂਗੇ। ਵਿਕਾਸ ਭਾਜੀ ਉਹਨਾਂ ਨੇ ਆਪਣਾ ਹੀ ਕੀਤਾ, ਕਿਸੇ ਦਾ ਨਹੀਂ ਕੀਤਾ। ਕੀ ਵਿਕਾਸ ਕੀਤਾ ਉਹਨਾਂ ਨੇ? ਭਾਜੀ ਉਹ ਦੱਸਣ ਦੀ ਲੋੜ ਨਹੀਂ, ਥੋੜੇ ਦਿਨ ਰੁਕੋ ਤੁਹਾਨੂੰ ਸਭ ਨੂੰ ਨਜ਼ਰ ਆਊਗਾ ਕਿ ਉਹਨਾਂ ਨੇ ਕੀ ਵਿਕਾਸ ਆਪਣਾ ਕਰ ਲਿਆ। ਜਿਹੜੀ ਵਿਕਾਸ ਕਰਨ ਦੀ ਗੱਲ ਸੀਗੀ ਨਾ, ਜੇ ਤੁਸੀਂ ਵਿਕਾਸ ਕਰਨਾ ਸੀਗਾ ਤੇ ਰਾਹੋਂ ਰੋਡ ਨੂੰ ਜਾਂ ਈਸਟ ਕੌਂਸਟੀਚੁਐਂਸੀ ਨੂੰ ਕੋਈ ਵਧੀਆ ਹਸਪੀਟਲ ਦਿੰਦੇ ਜਿੱਥੇ ਲੋਕਾਂ ਦਾ ਇਲਾਜ ਹੋ ਸਕਦਾ। ਕਿਉਂਕਿ ਅੱਜ ਸਾਡਾ ਜਿਹੜਾ ਈਸਟ ਕੌਂਸਟੀਚੁਐਂਸੀ ਹੈ ਨਾ ਜੀ, ਇੱਕ ਗਰੀਬ ਤਬਕਾ ਬਹੁਤ ਜ਼ਿਆਦਾ ਸਾਡੇ ਈਸਟ ਕੌਂਸਟੀਚੁਐਂਸੀ ਦੇ ਵਿੱਚ, ਤੇ ਸਾਡੇ ਲੋਕਾਂ ਨੂੰ ਤਾਂ ਚੈਰੀਟੇਬਲ ਹਸਪੀਟਲ ਦੀ ਲੋੜ ਸੀਗੀ ਕੋਈ ਨਾ ਕੋਈ ਜੀ। ਠੀਕ ਹੈ ਜੀ। ਇਹਨਾਂ ਨੇ ਸਾਡੇ ਜਿਹੜੇ ਕਹਿੰਦੇ ਨੇ ਜੀ ਕਿ ਅਸੀਂ 4000 ਕਰੋੜ ਲਾਇਆ, ਈਸਟਰਨ ਕਲੱਬ ਬਣਾ ਰਹੇ ਆ ਈਸਟ ਦੇ ਵਿੱਚ। ਭਾਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਈਸਟ ਕੌਂਸਟੀਚੁਐਂਸੀ ਦੇ ਵਿੱਚ ਜਿੰਨੇ ਵੀ ਲੋਕ ਨੇ, ਤੁਹਾਨੂੰ ਕੋਈ ਲੱਗਦਾ ਕਿ ਕੋਈ ਬੰਦਾ ਈਸਟ ਕੌਂਸਟੀਚੁਐਂਸੀ ਦਾ ਕਲੱਬ ਦੀ ਮੈਂਬਰਸ਼ਿਪ ਲੈ ਸਕਦਾ? ਕੋਈ ਐਲੀਜੀਬਲ ਹੈ? ਮੈਂ ਨਹੀਂ ਸਮਝਦਾ। ਜਿਹੜਾ ਬੰਦਾ ਐਲੀਜੀਬਲ ਹੈ ਉਹ ਈਸਟਰਨ ਕਲੱਬ 'ਚ ਨਹੀਂ ਜਾਂਦਾ, ਉਹ ਲੋਧੀ ਕਲੱਬ ਜਾਂ ਸਤਲੁਜ ਕਲੱਬ ਜਾਂ ਨਿਰਵਾਣਾ ਕਲੱਬ ਦਾ ਮੈਂਬਰ, ਉਹਨੂੰ ਈਸਟਰਨ ਕਲੱਬ ਆਉਣ ਦੀ ਲੋੜ ਨਹੀਂ ਹੈਗੀ। ਇਹ ਵੇਸਟ ਆਫ ਮਨੀ। ਅਗਰ ਤੁਸੀਂ ਕਿਤੇ ਲਾਣਾ ਸੀਗਾ, ਲੋਕਾਂ ਤੇ ਪੈਸਾ ਲਾਉਂਦੇ, ਲੋਕਾਂ ਦੇ ਉੱਤੇ ਪੈਸਾ ਲਾਉਂਦੇ, ਲੋਕਾਂ ਦਾ ਕੁਝ ਬਣਾਉਂਦੇ,
ਕੋਈ ਹਸਪੀਟਲ ਦਿੰਦੇ ਵਧੀਆ, ਕੋਈ ਡਿਸਪੈਂਸਰੀਆਂ ਦਿੰਦੇ, ਜਾਂ ਇੰਡਸਟਰੀ ਸੀਗੀ, ਇੰਡਸਟਰੀ ਨੂੰ ਕਿਤੇ ਕੈਮਰੇ ਕੁਮਰੇ ਲਾ ਦਿੰਦੇ ਜਿਹੜਾ ਚੋਰੀ ਤੋਂ ਲੋਕਾਂ ਦਾ ਬਚਾਅ ਹੋ ਜਾਂਦਾ। ਮੈਂ ਕਹਿੰਦਾ ਇਹ ਵੀ ਗੱਲਾਂ ਛੱਡੋ, ਕੋਈ ਕੂੜਾ ਸਾਂਭਣ ਦੇ ਲਈ ਕੁਝ ਬਣਾ ਲੈਂਦੇ ਜਿਹੜਾ 5 ਸਾਲਾਂ ਤੋਂ ਹਾਲੇ ਤੱਕ ਨਹੀਂ ਬਣਿਆ। ਸਾਡੇ ਗੁਰੂ ਵਿਹਾਰ ਇੰਡਸਟਰੀ ਦੇ ਸਰਾਣੇ ਕੂੜੇ ਦਾ ਡੰਪ ਬਣਾਇਆ ਹੋਇਆ ਇਹਨਾਂ ਨੇ। ਫਿਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰੋਗੇ ਤੁਸੀਂ? ਕਾਂਗਰਸ ਨੂੰ ਸਪੋਰਟ ਕਰੋਗੇ ਦੁਬਾਰਾ ਫਿਰ ਤੋਂ, ਜਾਂ ਫਿਰ ਕਿਸੇ ਹੋਰ ਪਾਰਟੀ ਜੁਆਇਨ ਕਰੋਗੇ? ਦੇਖੋ ਜੀ, ਜੇ ਤਾਂ ਪਾਰਟੀ ਸੰਜੇ ਤਲਵਾੜ ਨੂੰ ਟਿਕਟ ਦੇ ਕੇ ਫਿਰ ਨਵਾਜ ਕੇ ਭੇਜਦੀ ਹੈ ਈਸਟ ਕਨਸਟੀਚੁਐਂਸੀ ਦੇ ਵਿੱਚ, ਖੁੱਲ ਕੇ ਵਿਰੋਧ ਕਰਾਂਗੇ। ਔਰ ਮੈਂ ਆਪਣੀ ਹਾਈ ਕਮਾਂਡ ਨੂੰ ਵੀ ਇਹ ਵੀ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਕਾਈਂਡਲੀ ਸੰਜੇ ਤਲਵਾੜ ਨੂੰ ਟਿਕਟ ਨਾ ਦਿਓ ਜੇ ਸੀਟ ਜਿੱਤਣੀ ਚਾਹੁੰਦੇ ਹੋ ਤਾਂ। ਜੇ ਟਿਕਟ ਜਿੱਤਣੀ ਹੈ, ਸੀਟ ਕੱਢਣੀ ਹੈ, ਕਿਸੇ ਇਮਾਨਦਾਰ ਔਰ ਕਿਸੇ ਰਸੂਖਦਾਰ ਅੱਛੀ ਛਵੀ ਵਾਲੇ ਬੰਦੇ ਨੂੰ ਟਿਕਟ ਦਿਓ ਜੇ ਤੁਸੀਂ ਲੁਧਿਆਣੇ ਚੋਂ ਈਸਟ ਕਨਸਟੀਚੁਐਂਸੀ ਜਿੱਤਣੀ ਹੈ। ਅਗਰ ਜੇ ਤੁਸੀਂ ਸੰਜੇ ਤਲਵਾੜ ਨੂੰ ਟਿਕਟ ਨਾਲ ਨਵਾਜੋਗੇ ਤੇ ਹਾਰ ਦਾ ਸਾਹਮਣਾ ਕਰਨਾ ਪਊਗਾ। ਮੈਂ ਤੁਹਾਡੇ ਕੈਮਰੇ ਤੇ ਬੋਲਦਾ ਪਿਆ, ਕਈ ਇਦਾਂ ਦੇ ਨੇ ਜਿਹੜੇ ਬੋਲਣਗੇ ਨਹੀਂ, ਜਿਹੜੇ ਅੰਦਰ ਖਾਤੇ ਕੰਮ ਕਰਨਗੇ। ਤੁਸੀਂ ਵੀ ਟਿਕਟ ਦੇ ਦਾਅਵੇਦਾਰ ਹੋ? ਨਹੀਂ ਭਾਜੀ, ਮੈਂ ਐਮਐਲਏ ਲੜਨ ਦਾ ਕੋਈ ਇਛੁਕ ਨਹੀਂ। ਮੈਂ ਆਪਣੇ ਵਾਰਡ ਚੋਂ ਕੌਂਸਲਰ ਦਾ ਟਿਕਟ ਦਾ ਦਾਅਵੇਦਾਰ ਸੀਗਾ। ਮੈਨੂੰ 2017 ਦੇ ਵਿੱਚ ਜਦੋਂ ਐਮਐਲਏ ਸਾਹਿਬ ਆਏ ਨੇ ਤੇ ਮੈਨੂੰ ਵਾਅਦਾ ਕੀਤਾ ਗਿਆ ਸੀ, ਹਾਂਜੀ ਪਾਂਡੀ ਜੀ ਤੁਹਾਨੂੰ ਟਿਕਟ ਦੇਣੀ ਹੈ ਜੀ, ਤੁਹਾਨੂੰ ਟਿਕਟ ਲੜਾਵਾਂਗੇ ਜੀ, ਹੋਰ ਤਾਂ ਸਾਡੇ ਕੋਲ ਕੋਈ ਕੈਂਡੀਡੇਟ ਨਹੀਂ। ਈਵਨ ਕਿ ਅਟਲ ਨਗਰ ਇੱਕ ਮੀਟਿੰਗ ਹੋਈ, ਉਸ ਮੀਟਿੰਗ ਦੇ ਵਿੱਚ ਸੰਜੇ ਤਲਵਾੜ ਜੀ ਨੇ ਕਹਿਤਾ ਜੀ ਨਿਰਮਲ ਪਾਂਡੀ ਜੀ, ਸਾਡੇ ਸੁਭਾਸ਼ ਨਗਰ 'ਚ ਸ਼ਮਸ਼ਾਨ ਘਾਟ ਬਣਿਆ ਕਿ ਨਿਰਮਲ ਪਾਂਡੀ ਜੀ ਸ਼ਮਸ਼ਾਨ ਘਾਟ ਨੂੰ 50,000 ਰੁਪਇਆ ਫੰਡ ਦੇ ਰਹੇ ਆ। ਤੇ ਮੈਂ ਕੁਝ ਨਹੀਂ ਬੋਲਿਆ ਜੀ। ਚਲੋ ਮੈਂ ਜਾ ਕੇ ਸ਼ਾਮ ਨੂੰ ਜਦ ਦੇਣੇ ਹੀ ਨੇ, ਤੁਸੀਂ ਕਹਿ ਹੀ ਦਿੱਤਾ, ਔਰ ਉਸ ਜਗ੍ਹਾ ਲਈ ਕਹਿ ਦਿੱਤਾ ਜਿੱਥੇ ਮਰ ਕੇ ਮੈਂ ਵੀ ਜਾਣਾ, ਕਿਉਂਕਿ ਮੇਰਾ ਵੀ ਘਰ ਉਹੀ ਆ ਲਾਸਟ ਤਾਂ। ਤੇ ਮੈਂ 50,000 ਰੁਪਇਆ ਦੇਣ ਗਿਆ ਤੇ ਮੈਨੂੰ ਉਹਨਾਂ ਦੀ ਵਰਡਿੰਗ ਇਹ ਸੀਗੀ ਕਿ ਪਾਂਡੀ ਸਾਹਿਬ ਇਹ ਅਸੀਂ ਉਹਨਾਂ ਕੋਲੋਂ ਲਏ ਨੇ ਜਿਨ੍ਹਾਂ ਨੂੰ ਅਸੀਂ ਟਿਕਟਾਂ ਦੇਣੀਆਂ ਨੇ, ਔਰ ਤੁਹਾਡੀ ਟਿਕਟ ਤੁਹਾਨੂੰ ਦੇਣੀ ਹੈ, ਇਸ ਕਰਕੇ ਤੁਹਾਡੇ ਕੋਲ ਲਏ। ਮੈਂ ਕਿਹਾ ਜੀ 7 ਵਚਨ। ਤੇ ਬਾਅਦ ਚੋਂ ਮੇਰਾ ਵਾਰਡ ਰਿਜ਼ਰਵ ਕਰ ਦਿੱਤਾ ਗਿਆ। ਤੇ ਜਿਹੜਾ ਇੱਕ ਇਨਸਾਨ, ਜਿਸ ਬੰਦੇ ਨੇ ਕਦੀ ਪਾਰਟੀ ਦੇ ਲਈ 1 ਮਿੰਟ ਨਹੀਂ ਸੀ ਕੱਢਿਆ, ਜਿਹਨੇ ਕਦੀ ਪਾਰਟੀ ਦੇ ਲਈ ਬੂਥ ਨਹੀਂ ਸੀ ਲਾਇਆ, ਕਦੀ ਪਾਰਟੀ ਦੇ ਲਈ ਵੋਟ ਨਹੀਂ ਸੀ ਮੰਗਣ ਗਿਆ। ਹਾਂ, ਸਿਰਫ ਇੱਕ ਖਾਸੀਅਤ ਸੀ ਉਸ ਬੰਦੇ ਦੀ ਕਿ ਉਸ ਬੰਦੇ ਕੋਲ 4 ਪੈਸੇ ਵੱਧ ਨੇ, ਉਹ ਸਾਰਿਆਂ ਨੂੰ ਪੈਸੇ ਜ਼ਰੂਰ ਦਿੰਦਾ। ਜਿਹੜਾ ਕੋਈ ਐਮਐਲਏ ਐਮਪੀ ਆਉਂਦਾ ਸੀਗਾ ਉਹਨੂੰ ਫੰਡ ਜ਼ਰੂਰ ਦਿੰਦਾ ਸੀ। ਉਸ ਬੰਦੇ ਨੂੰ ਘਰੋਂ ਉਠਾ ਕੇ ਤੇ ਸਾਡੇ ਸਿਰ ਤੇ ਬਿਠਾਤਾ, ਤੇ ਉਹਦਾ ਨਤੀਜਾ ਕੀ ਹੋਇਆ? ਲੋਕਾਂ ਨੇ ਦੁਬਾਰਾ ਘਰ ਬਿਠਾਇਆ ਉਹਨੂੰ। ਜੇਕਰ ਪਾਰਟੀ ਟਿਕਟ ਹਜੇ ਵੀ ਸੰਜੇ ਤਲਵਾੜ ਨੂੰ ਦਿੰਦੀ ਹੈ, ਫਿਰ ਕਿਹੜੀ ਪਾਰਟੀ ਦੀ ਹਮਾਇਤ ਕਰੋਗੇ ਤੁਸੀਂ? ਭਾਜੀ ਉਹ ਦੇਖਾਂਗੇ ਜੀ ਕਿਹੜੀ ਪਾਰਟੀ ਸਾਨੂੰ ਮਾਨ ਸਨਮਾਨ ਦਿੰਦੀ ਹੈ ਜੀ। ਮਸਲਾ ਤਾਂ ਮਾਨ ਸਨਮਾਨ ਦਾ ਨਾ। ਅੱਜ ਜਦੋਂ ਜਿਸ ਘਰ ਦੇ ਵਿੱਚ ਤੁਸੀਂ ਰਹਿੰਦੇ ਹੋ ਨਾ ਜੀ, ਜਿਸ ਘਰ 'ਚ ਸਾਰੀ ਜ਼ਿੰਦਗੀ ਕੱਢੀ ਹੋਵੇ, ਉਸ ਘਰ ਦੇ ਵਿੱਚੋਂ ਜਾਣ ਲੱਗੇ ਤੁਹਾਨੂੰ ਆਪ 500 ਵਾਰੀ ਸੋਚਣਾ ਪੈਂਦਾ ਕਿ ਜਦੋਂ ਮੈਂ ਦੂਸਰੇ ਘਰ 'ਚ ਜਾਊਂਗਾ ਮੈਨੂੰ ਇੱਜ਼ਤ ਮਿਲੂਗੀ ਕਿ ਨਹੀਂ। ਅਗਰ ਕਾਂਗਰਸ ਪਾਰਟੀ ਨੂੰ ਛੱਡਣਾ ਨਾ, ਤੇ ਸਾਡੇ ਲਈ ਕੋਈ, ਮੇਰੇ ਲਈ ਖਾਸ ਕਰਕੇ ਕੋਈ ਸੌਖਾ ਡਿਸੀਜਨ ਨਹੀਂ, ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਮੈਨੂੰ ਭਾਰਤ ਭੂਸ਼ਣ ਆਸ਼ੂ ਵਰਗਾ ਭਰਾ ਦਿੱਤਾ, ਜਿਹੜਾ ਹਰ ਟਾਈਮ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਇਆ। ਤੇ ਇਸ ਕਰਕੇ ਕੋਈ ਜਿਹੜੀ ਪਾਰਟੀ ਕੋਈ ਮਾਨ ਸਨਮਾਨ ਦਊਗੀ ਉਹਦੇ ਨਾਲ ਹੀ ਜਾ ਕੇ ਖੜਾਂਗੇ ਜੀ। ਧੰਨਵਾਦ। ਸੋ ਇਹ ਸਨ ਨਿਰਮਲ ਜੀ, ਜੋ ਪਿਛਲੇ 20 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਨੇ, ਟਕਸਾਲੀ ਆਗੂ ਨੇ ਕਾਂਗਰਸ ਦੇ। ਪਰ ਇਹਨਾਂ ਵੱਲੋਂ ਆਰੋਪ ਲਗਾਏ ਜਾ ਰਹੇ ਨੇ, ਜਿਹੜੇ ਮੌਜੂਦਾ ਐਮਐਲਏ ਨੇ ਸੰਜੇ ਤਲਵਾੜ, ਉਹਨਾਂ ਦੇ ਵੱਲੋਂ ਸਿਰਫ ਦਾਅਵਾ ਕੀਤਾ ਜਾ ਰਿਹਾ ਹੈ ਕਿ 4000 ਜਿਹੜਾ ਕਰੋੜ ਦਾ ਵਿਕਾਸ ਹੈ ਉਹ ਕਰਵਾਇਆ ਗਿਆ। ਵਿਕਾਸ ਹੈ ਉਹ ਬਿਲਕੁਲ ਵੀ 1% ਵੀ ਜਿਹੜਾ ਕਿ ਹਲਕੇ ਦੇ ਵਿੱਚ ਵਿਕਾਸ ਨਹੀਂ ਹੋਇਆ। ਲੋਕ ਅੱਜ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਆ। ਦੂਜੇ ਪਾਸੇ ਵੀ ਇਲਜ਼ਾਮ ਲਾ ਰਹੇ ਨੇ ਕਿ ਜਿੰਨੇ ਵੀ ਟਕਸਾਲੀ ਕਾਂਗਰਸੀ ਵਰਕਰ ਨੇ ਉਹਨਾਂ ਦੀ ਕੋਈ ਵੀ ਪੁੱਛਗਿੱਛ ਨਹੀਂ ਹੈਗੀ। ਜਿਹੜੇ ਪੈਰ ਛੁੱਟ ਰਾਹੀਂ ਬਾਹਰੋਂ ਆਏ ਨੇ ਜਾਂ ਕਿਸੇ ਹੋਰ ਪਾਰਟੀਆਂ ਛੱਡ ਕੇ ਕੌਂਸਲਰ ਬਣੇ ਨੇ, ਉਹਨਾਂ ਦੀ ਹੀ ਜਿਹੜੀ ਕਿ ਪੁੱਛ ਪੜਤਾਲ ਹੈ ਉਹ ਕੀਤੀ ਜਾ ਰਹੀ ਹੈ। ਸੋ ਵੱਡੇ ਸਵਾਲ ਖੜੇ ਕੀਤੇ ਨੇ। ਉਹਦੇ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਰਟੀ ਸੰਜੇ ਤਲਵਾੜ ਨੂੰ ਟਿਕਟ ਦੇ ਕੇ ਭੇਜਦੀ ਹੈ ਹਲਕਾ ਈਸਟ ਦੇ ਵਿੱਚ, ਤੇ ਖੁੱਲ੍ਹ ਕੇ ਵਿਰੋਧ ਕਰਨਗੇ। ਤੇ ਹੋਰ ਵੀ ਕਈ ਜਿਹੜੇ ਕਿ ਆਗੂ ਨੇ, ਜਿਹੜੇ ਕੁਝ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਕੈਮਰੇ ਮੂਹਰੇ ਆ ਕੇ ਉਹ ਵੀ ਜਿਹੜਾ ਕਿ ਵੱਡੇ ਖੁਲਾਸੇ ਜਿਹੜੇ ਕਿ ਕਰਨ। ਕੈਮਰਾ ਪਰਸਨ ਸਨੀ ਦੇ ਨਾਲ ਹਿੰਮਤ ਸਿੰਘ ਤਿਰਪਾਲ, दैनिक सवेरा, लुधियाना। अलीशा बेगम, ना कोई चैलेंज ना कोई इनाम, सिर्फ काम को सलाम। वशीकरण करवाना हो या तुड़वाना हो, प्यार में धोखा, शादी के लिए माँ बाप का ना मानना, काम वही जो सर चढ़कर बोले, इधर उधर ना भटके। दुआ भी तकदीर बदल सकती है, सोचने से नहीं फोन करने से दुख दूर होंगे। झूठे और मीठे बनकर लूटने वालों से सावधान। हर समस्या का समाधान 3 दिनों में किया जाता है। अगर आपकी किस्मत में लॉटरी है तो इसे कैसे हासिल करें? सुपर स्पेशलिस्ट, पति पत्नी में अनबन, प्रेम विवाह, नौकरी, कारोबार में रुकावट, कोर्ट केस, तलाक केस, सौतन दुश्मन से छुटकारा, लॉटरी, सट्टा नंबर, वशीकरण करवाना या तुड़वाना, बीमारी में दवा ना लगना। अलीशा बेगम।
ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚ ਅਣਬਣ ਜਾਦੂ ਟੋਨਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467